ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ, ਅਕਤੂਬਰ ਮਹੀਨੇ ਦੇ ਵਿੱਚ ਜੋ ਚੋਣਾਂ ਹੋਈਆਂ 43ਵੀਂ ਪਾਰਲੀਮੈਂਟ ਦੇ ਲਈ ਕੈਨੇਡਾ ਦੀਆਂ, ਅਤੇ ਉਸ ਤੋਂ ਬਾਅਦ 20 ਨਵੰਬਰ ਨੂੰ ਕੈਨੇਡਾ ਦੇ 24ਵੇਂ ਪ੍ਰਧਾਨ ਮੰਤਰੀ ਵਜੋਂ ਦੂਜੀ ਵਾਰ ਘੱਟ ਗਿਣਤੀ ਸਰਕਾਰ ਦੇ ਜੋ ਮੁਖੀ ਬਣੇ ਨੇ ਜਸਟਿਨ ਟਰੂਡੋ, ਉਹਨਾਂ ਦੀ ਅਗਵਾਈ ਹੇਠ 35 ਦੇ ਲਗਭਗ ਮੰਤਰੀਆਂ ਨੇ ਸਹੁੰ ਚੁੱਕੀ। ਕਿਹੋ ਜਿਹਾ ਰਿਹਾ ਨਵਾਂ ਮੰਤਰੀ ਮੰਡਲ, ਕਿਸ ਤਰੀਕੇ ਨਾਲ ਉਹਨਾਂ ਨੇ ਮੰਤਰੀ ਲਏ ਨੇ, ਇਹਦੇ ਬਾਰੇ ਅਸੀਂ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਅੱਜ ਸਟੂਡੀਓ ਦੇ ਵਿੱਚ ਮਹਿਮਾਨ ਨੇ ਨਿਰਮਲ ਢੀਂਡਸਾ ਜੀ, ਮਿਹਰਬਾਨੀ ਜੀ, ਅਤੇ ਦੂਸਰੇ ਸਾਡੇ ਮਹਿਮਾਨ ਨੇ ਜਗਦੇਵ ਸਿੰਘ ਰੰਧਾਵਾ ਜੀ। ਥੈਂਕ ਯੂ ਜੀ, ਮਿਹਰਬਾਨੀ। ਥੈਂਕ ਯੂ ਜੀ। ਰੰਧਾਵਾ ਸਾਹਿਬ ਅਤੇ ਢੀਂਡਸਾ ਸਾਹਿਬ, ਤੁਹਾਡਾ ਨਿੱਘਾ ਸਵਾਗਤ। ਢੀਂਡਸਾ ਸਾਹਿਬ, ਮੈਂ ਤੁਹਾਡੇ ਤੋਂ ਸ਼ੁਰੂ ਕਰਦਾ। ਹਾਂਜੀ, ਕਿਉਂਕਿ ਤੁਸੀਂ ਬਹੁਤ ਸਾਰੀਆਂ ਤੁਹਾਡੇ ਹੁੰਦੀਆਂ ਸਰਕਾਰਾਂ ਬਣੀਆਂ, ਘੱਟ ਗਿਣਤੀ ਸਰਕਾਰਾਂ ਵੀ ਬਣੀਆਂ। ਹਾਂਜੀ, ਅਤੇ ਕਿਹੋ ਜਿਹੀ ਲੱਗੀ ਜਸਟਿਨ ਟਰੂਡੋ ਦੀ ਜਿਹੜੀ ਚੋਣ ਉਹਨਾਂ ਨੇ ਕੱਲ੍ਹ ਕੀਤੀ ਆ, ਉਹਦੇ ਨਵੇਂ ਮੰਤਰੀਆਂ ਦੀ ਕਿੰਨੇ ਨੰਬਰ ਦਿੰਦੇ ਹੋ? ਮੈਂ ਪਹਿਲੀ ਗੱਲ ਤਾਂ ਜੀ ਜਿਹੜੀ ਮਿਨੋਰਟੀ ਸਰਕਾਰਾਂ ਇਹਨਾਂ ਦੇ ਪਿਤਾ ਜੀ ਵੇਲੇ ਪੀਰੀ ਏਲੇ ਟਰੂਡੋ ਵੇਲੇ 1974 'ਚ ਬਣੀ ਸੀ ਜੀ। ਉਦੋਂ ਵੀ ਐਗਜ਼ੈਕਟਲੀ ਇੱਦਾਂ ਦੀ ਸਿਚੁਏਸ਼ਨ ਬਣੀ ਸੀ, ਪਰ ਹੁਣ ਨਾਲ ਸਿਚੁਏਸ਼ਨ ਡਿਫਰੈਂਟ ਸੀ। ਉਦੋਂ ਉਹ NDP ਦੇ ਉੱਤੇ ਨਿਰਭਰ ਸੀ। NDP ਦੀਆਂ 44 ਸੀਟਾਂ ਸੀ, ਐਂਡ ਉਹ ਹਿਸਟੋਰੀਕਲੀ ਜਿਹੜੀ ਮਿਨੋਰਟੀ ਸਰਕਾਰ ਆ ਅੱਜ ਤੱਕ 2 ਸਾਲ ਤੋਂ ਵੱਧ ਨਹੀਂ ਚੱਲੀ। ਹੁਣ ਐਤਕੀ ਦੇ ਹਾਲਾਤ ਡਿਫਰੈਂਟ ਆ, ਮੈਨੂੰ ਲੱਗਦਾ ਪਰਹੈਪਸ, ਕਿਉਂਕਿ ਨਾ ਤਾਂ NDP ਵਿੱਚ ਜਾਨ ਆ, ਉਹਨਾਂ ਸਿਰ ਕਰਜ਼ਾ ਬੜਾ, ਅਤੇ ਹੋਰ ਸਾਰਾ ਜਿਹੜੀ ਬਲੌਕ ਕਿਊਬਕ ਆ ਹਿਸਟੋਰੀਕਲੀ ਇੰਨਾ ਉਹਨਾਂ ਨੇ ਗੇਨ ਕੀਤਾ, ਉਹ ਵੀ ਚਾਂਸ ਨਹੀਂ ਲੈਣਗੇ। ਉਹਨਾਂ ਦੇ 32 MP ਮੁੜ ਕੇ ਪਤਾ ਨਹੀਂ ਇੰਨੇ ਬਣ ਜਾਂ ਨਾ ਬਣ, ਐਂਡ ਸੋ ਇਸ ਲਈ ਸ਼ਾਇਦ ਐਤਕੀ ਇਹ ਸਰਕਾਰ ਥੋੜ੍ਹਾ ਵੱਧ ਚੱਲ ਜਾਏ, ਪਰ ਫਿਰ ਵੀ ਮੈਂ ਮੈਕਸੀਮਮ 3 ਸਾਲ ਦਿੰਦਾ ਇਹਨਾਂ ਨੂੰ। 3 ਸਾਲ ਦੇ ਵਿੱਚ ਮੇਰਾ ਖਿਆਲ ਹੈ ਵੀ ਦੁਬਾਰਾ ਫਿਰ ਜਿੱਦਣ ਟਰੂਡੋ ਨੇ ਸੀ, ਵਟ ਹੈਪਨਸ, ਬੜਾ ਚਿਰ ਹੋ ਗਿਆ ਇੱਥੇ ਦੇਖਦਿਆਂ ਨੂੰ, ਮੈਜੋਰਟੀ ਟੂ ਮਿਨੋਰਟੀ, ਦੈਨ ਮਿਨੋਰਟੀ ਟੂ ਮੈਜੋਰਟੀ ਹੈ। ਉਹ ਡਿਪੈਂਡ ਕਰਦਾ ਪ੍ਰਧਾਨ ਮੰਤਰੀ 'ਤੇ। ਜੇ ਉਹ ਇਸ਼ੂ ਦੇ ਵਿੱਚ ਲਿਆ ਕੇ ਉਹ ਉਹਨਾਂ ਨੂੰ ਫਸਾ ਲੈਂਦਾ, ਉਹਨਾਂ ਕੋਲ ਚੁਆਇਸ ਕੋਈ ਨਹੀਂ, ਅਤੇ ਜਿਹੜੀ ਅਪੋਜੀਸ਼ਨ ਹੈ ਜਿਹਦੇ ਉੱਪਰ ਸਰਕਾਰ ਨਿਰਭਰ ਹੈ, ਜੇ ਉਹ ਵਾਪਸ ਲੈ ਲੈਂਦੇ ਆ ਤਾਂ ਆਪ ਹੀ ਸਰਕਾਰ ਟੁੱਟਣੀ ਹੈ। ਐਂਡ ਐਤਕੀ ਹੁਣ ਟਰੂਡੋ ਦੇ ਕੋਲ ਇੱਕ ਤਾਂ ਹੈਗੀ ਆ ਸਟਰੋਂਗ ਮਿਨੋਰਟੀ ਸਰਕਾਰ, ਕਿਉਂਕਿ ਜਿਹੜੀ ਫਿਰ ਵੀ 157 MP ਹੈ ਇਹਦੇ ਕੋਲ, ਦੂਸਰਿਆਂ ਕੋਲ ਕੋਈ ਇੰਨੀ ਹੈ ਨਹੀਂ, ਪਲੱਸ ਇਹਦੇ ਕੋਲ ਚੁਆਇਸ ਬੜੀ ਹੈ। ਇੱਕ ਚੁਆਇਸ NDP ਦੀ ਹੈ, ਇੱਕ ਚੁਆਇਸ ਬਲੌਕ ਕਿਊਬਕ ਦੀ ਹੈ, ਇੱਕ ਚੁਆਇਸ ਗ੍ਰੀਨ ਦੀ ਹੈ। ਹੁਣ ਗ੍ਰੀਨ ਵਿੱਚ ਤਾਂ ਜਾਨ ਹੈ ਨਹੀਂ, ਪਰ ਬਲੌਕ ਕਿਊਬਕ ਅਤੇ NDP 'ਚ ਆ। ਰੰਧਾਵਾ ਸਾਹਿਬ, ਆਪਾਂ ਜੇ ਦੇਖੀਏ, ਮੈਂ ਚੋਣ ਦੀ ਗੱਲ ਕਰ ਰਿਹਾ, ਜਿਹੜੀ ਜਸਟਿਨ ਟਰੂਡੋ ਨੇ ਆਪਣੇ ਸਾਥੀ ਮੰਤਰੀਆਂ ਦੀ ਚੋਣ ਕੀਤੀ ਆ, ਕਿਹੋ ਜਿਹੀ ਚੋਣ ਆ ਤੁਹਾਡੇ ਖਿਆਲ ਦੇ ਵਿੱਚ? ਪਹਿਲਾਂ ਨਾਲੋਂ ਕਿੰਨਾ ਕੁ ਅੰਤਰ ਲੱਗਦਾ ਸਾਨੂੰ? ਦੇਖੋ, ਜਿਹੜੀ ਪਹਿਲਾਂ ਬਣਾਈ ਸੀ ਨਾ, ਉਹ ਬੜੀ ਇੰਨੀ ਸੋਚ ਸਮਝ ਕੇ ਨਹੀਂ ਸੀ ਬਣੀ। ਉਹਨਾਂ ਨੇ ਆਪਣੇ ਤਰੀਕੇ ਨਾਲ ਕਿਤੇ ਗੱਫੇ ਵੀ ਵੰਡੇ ਤੇ ਕਿਤੇ ਸੁੱਕਾ ਡੋਬਾ ਵੀ ਰਿਹਾ। ਸੋ ਐਤਕਾਂ ਜਿਹੜੇ ਹੈਗੇ, ਕੱਲਾ ਜਿਹੜਾ ਮਿਨਿਸਟਰ ਆ ਉਹਦੀ ਆਪਣੀ ਅਹਿਮ ਭੂਮਿਕਾ ਆ। ਜੇ ਅਸੀਂ ਡਿਪਟੀ ਪ੍ਰਾਈਮ ਮਿਨਿਸਟਰ ਤੋਂ ਸ਼ੁਰੂ ਕਰ ਲਈਏ ਰਾਈਟ, ਤੇ ਥੱਲੇ ਤੱਕ ਨਵਦੀਪ ਕੋਲ ਐਕਸਪੀਰੀਅੰਸ, ਦੈਨ ਅਨੀਤਾ ਆਨੰਦ ਨਵੇਂ ਆਏ ਨੇ, ਹੋਰ ਵੀ ਜਿਹੜੇ ਡਿਫੈਂਸ ਉੱਥੇ ਹੀ ਰਹੀ ਆ, ਜਾਂ ਜਿਹੜੇ ਬਾਕੀ ਨੇ, ਉਹ ਇਲਾਕਾ ਵਾਈਜ਼ ਵੀ ਕੈਨੇਡਾ ਦੇ ਵਿੱਚ, ਔਰ ਉਹਨਾਂ ਦੇ ਐਕਸਪੀਰੀਅੰਸ ਵਾਈਜ਼ ਵੀ, ਔਰ ਜਿਹੜਾ ਉਹਨਾਂ ਨੇ ਕੈਟਾਗਰੀਜ਼ ਬਣਾਈਆਂ ਸੀਗੇ, ਔਰਤਾਂ ਨੂੰ 50% ਜਿਹੜੀ ਆ ਅਸੀਂ ਰਿਪਰੈਜ਼ੈਂਟੇਸ਼ਨ ਦੇਣੀ ਆ, ਉਹਦੇ ਵਿੱਚ ਵੀ ਉਹਨਾਂ ਦੇ ਗੁਣ ਵੇਖ ਕੇ ਨਾਲ ਉਸ ਰਿਪਰੈਜ਼ੈਂਟੇਸ਼ਨ ਨੂੰ ਫਿਲਅਪ ਵੀ ਕੀਤਾ। ਸੋ ਬੜੀ ਵਾਈਜ਼ਲੀ ਸਰਕਾਰ ਚੁਣੀ ਗਈ ਆ, ਔਰ ਇਹਨਾਂ ਤੋਂ ਜਿਹੜਾ ਪਾਰਟੀ ਲੀਡਰ ਹੈ ਜਸਟਿਨ ਟਰੂਡੋ, ਉਹਨਾਂ ਨੂੰ ਉਮੀਦਾਂ ਵੀ ਪੂਰੀਆਂ ਨੇ ਕਿ ਇਹ ਜਿਹੜਾ ਉਹਦਾ ਰਿਜ਼ਲਟ ਚੰਗਾ ਕੱਢਣਗੇ। ਢੀਂਡਸਾ ਸਾਹਿਬ, ਅਲਬਰਟਾ ਤੋਂ ਕੋਈ ਲਿਬਰਲ ਦਾ MP ਨਹੀਂ ਜਿੱਤਿਆ, ਅਤੇ ਬਹੁਤੇ ਲੋਕਾਂ ਦਾ ਮੰਨਣਾ ਕਿ ਕ੍ਰਿਸਟੀਆ ਫਰੀਲੈਂਡ ਜਿਹੜੀ ਡਿਪਟੀ ਪ੍ਰਾਈਮ ਮਿਨਿਸਟਰ ਬਣਾਏ ਨੇ, ਉਹਨਾਂ ਦਾ ਬਰਥ ਉੱਥੇ ਦਾ, ਇਸੇ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਡਿਪਟੀ ਪ੍ਰਾਈਮ ਮਿਨਿਸਟਰ ਬਣਾਇਆ, ਅਤੇ ਹੋਰ ਮਹਿਕਮਾ ਦੇ। ਦੇਖੋ, ਇਸ ਕੈਬਨਿਟ ਦੇ ਵਿੱਚ ਪਹਿਲਾਂ ਤਾਂ ਆਹ ਕੈਬਨਿਟ ਪਹਿਲੀ ਕੈਬਨਿਟ ਨਾਲੋਂ ਜ਼ਿਆਦੇ ਆ। ਪਹਿਲੀ 'ਚ ਸੀਗੇ 34 ਮੈਂਬਰ, ਹੁਣ ਹੈਗੇ 36 ਜੀ। ਐਂਡ ਦੂਸਰੀ, ਕਿਉਂਕਿ ਅਲਬਰਟਾ ਐਂਡ ਸਸਕੈਚਵਾਨ 'ਚੋਂ ਕੋਈ ਲਿਬਰਲ MP ਨਹੀਂ, ਇਸ ਲਈ ਇਹਨਾਂ ਨੂੰ ਬੜੇ ਧਿਆਨ ਨਾਲ ਰੱਖਿਆ। ਐਂਡ ਤੀਸਰਾ ਫੈਕਟਰ ਜਿਹੜਾ ਟਰੂਡੋ ਨੇ, ਜਿਹੜੀ ਸਟਰੋਂਗ ਪਰਫਾਰਮੈਂਸ ਸੀ, ਜਿਹੜੇ ਪਿਛਲੀ ਕੈਬਨਿਟ ਵਿੱਚ ਜਿਹੜੇ ਮਿਨਿਸਟਰਾਂ ਦੀ ਸਟਰੋਂਗ ਪਰਫਾਰਮੈਂਸ ਸੀ, ਉਹਦੇ 'ਚੋਂ ਟੌਪ ਆਫ ਦੀ ਲਾਈਨ ਕ੍ਰਿਸਟੀਆ ਫਰੀਲੈਂਡ ਦਾ ਨਾਂ ਆਉਂਦਾ, ਕਿਉਂਕਿ ਟਰੰਪ ਨੂੰ ਡੀਲ ਕਰਨਾ, ਟਰੰਪ ਦੇ ਨਾਲ ਡੀਲ ਕਰਨਾ, ਨੈਗੋਸ਼ੀਏਟ ਕਰਨਾ, ਫਿਰ ਉਹਦੇ 'ਤੇ ਉਹ ਐਗਰੀਮੈਂਟ ਕਰਨਾ, ਇਟਸ ਏ ਹੈਲ ਆਫ ਏ ਜੋਬ। ਐਂਡ ਸੋ ਉਹਦੇ ਕਰਕੇ ਸ਼ੀ ਬੀਨ ਰਿਵਾਰਡਡ ਐਜ਼ ਏ ਡਿਪਟੀ ਪ੍ਰਾਈਮ ਮਿਨਿਸਟਰ, ਐਂਡ ਆਲਸੋ ਆਲ ਇਨ ਆਲ ਉਹਦਾ ਹੱਥ ਹਰ ਮਿਨਿਸਟਰੀ ਵਿੱਚ ਹੈ। ਐਂਡ ਕੀਪਿੰਗ ਇਨ देयर ਮਾਈਂਡ, ਕਿਉਂਕਿ ਇਸ ਵੇਲੇ ਜਿਹੜੀ ਮੇਨ ਕਨਫਰੰਟੇਸ਼ਨ
ਅਲਬਰਟਾ ਪ੍ਰੀਮੀਅਰ ਜੈਸਨ ਕੈਨੀ ਵੱਲੋਂ ਤੇ ਸਸਕੈਚਵਾਨ ਦਾ ਜਿਹੜਾ ਪ੍ਰੀਮੀਅਰ ਹੈ ਮਿਸਟਰ ਮੋ ਉਹਦੇ ਵੱਲੋਂ ਆ ਰਹੀ ਹੈ। ਐਂਡ ਉਹਨੂੰ ਕਿੱਦਾਂ ਹੈਂਡਲ ਕਰਨਾ ਉਹਦੇ ਲਈ, ਕਿਉਂਕਿ ਇਹਦੀ ਵੀ ਜਿਹੜੀ ਬੈਕਗਰਾਊਂਡ ਹੈ ਅਲਬਰਟਾ ਦੀ ਹੈ, ਸ਼ੀ ਬੋਰਨ ਇਨ ਅਲਬਰਟਾ, ਸੋ ਉਹਦੇ ਕਰਕੇ ਇਹ ਸਮਝਦੇ ਆ ਵੀ ਸ਼ਾਇਦ perhaps ਕਿਉਂਕਿ she is more diplomatic, she is more pragmatic and she will be able to handle ਸੀ ਜਿਹੜੀ ਆਹ ਮਿਨਿਸਟਰੀ ਆ ਜਿਹੜੀ ਇਹਨੂੰ ਦਿੱਤੀ ਹੈ। ਯੂਜ਼ਲੀ ਇਹ ਇੰਨੀ ਇੰਪੋਰਟੈਂਟ ਨਹੀਂ ਹੁੰਦੀ ਭੁੱਲਰ ਸਾਹਿਬ, ਇੰਟਰਨਲ ਗਵਰਨਮੈਂਟ ਅਫੇਅਰਸ ਜੀ, ਪਰ ਕਿਉਂਕਿ ਹੁਣ ਮਿਨੋਰਟੀ ਸਰਕਾਰ ਹੈ ਐਂਡ ਜਿਹੜਾ ਬਹੁਤ ਸਾਰਾ ਹਿੱਸਾ ਕੈਨੇਡਾ ਦਾ ਜਿੱਥੋਂ ਰਿਪਰੈਜ਼ੈਂਟੇਸ਼ਨ ਹੈ ਨਹੀਂ, ਸੋ ਉਹਦੇ ਕਰਕੇ ਹੁਣ ਇਹ ਮਿਨਿਸਟਰੀ ਬਹੁਤ ਇੰਪੋਰਟੈਂਟ ਬਣ ਗਈ ਟੂ ਡੀਲ ਵਿਦ ਦੀ ਪ੍ਰੋਵਿੰਸਿਸ ਜਿੱਥੋਂ ਰਿਪਰੈਜ਼ੈਂਟੇਸ਼ਨ ਨਹੀਂ ਜੀ। ਰੰਧਾਵਾ ਸਾਹਿਬ ਆਪਣੇ 1993 ਵਿੱਚ ਪਹਿਲੀ ਵਾਰੀ ਪੰਜਾਬੀ ਕੈਬਨਿਟ ਮੰਤਰੀ ਬਣੇ ਸੀ ਜੌਨ ਕ੍ਰਿਸਚੀਅਨ ਵੇਲੇ, ਹਰਬ ਧਾਲੀਵਾਲ। ਉਹਨਾਂ ਨੇ ਜਸਟਿਨ ਟਰੂਡੋ ਨੂੰ ਕੁਝ ਦਿਨ ਪਹਿਲਾਂ ਹੀ ਸਲਾਹ ਦਿੱਤੀ ਸੀ ਕਿ ਜੇ ਸਰਕਾਰ ਲੰਮੇ ਸਮੇਂ ਲਈ ਚਲਾਉਣੀ ਆ ਤੁਹਾਨੂੰ NDP ਨਾਲ ਗੱਠਜੋੜ ਸਰਕਾਰ ਬਣਾਉਣੀ ਚਾਹੀਦੀ ਆ, ਪਰ ਇਹਨਾਂ ਨੇ ਉਹਨਾਂ ਦੇ ਬਿਆਨ ਦੀ ਪਰਵਾਹ ਨਹੀਂ ਕੀਤੀ। ਇਹਨਾਂ ਨੇ ਠੀਕ ਕੀਤਾ ਕਿ ਗਲਤ ਕੀਤਾ? ਉਹ ਕਿਉਂਕਿ ਮਿਨਿਸਟਰੀ ਦੇ ਵਿੱਚ ਰਹੇ ਹੋਏ ਨੇ, ਸੀਨੀਅਰ ਲੀਡਰ ਨੇ। ਹਾਂਜੀ, ਸਮੇਂ-ਸਮੇਂ ਜਦੋਂ ਸਮੀਕਰਨ ਬਦਲਦੇ ਨੇ, ਹਾਂਜੀ, ਤੇ ਉਹ ਇੱਕ ਫਾਰਮੂਲਾ ਨਹੀਂ ਚੱਲਦਾ। ਉਹ ਹੋ ਸਕਦਾ ਉਹ ਪੁਰਾਣੇ ਫਾਰਮੂਲੇ ਤੇ ਜੇ ਉਹ ਨਹੀਂ ਮੰਨੇ ਗਏ ਨੇ ਸੀਨੀਅਰ ਲੀਡਰ ਦੀ ਜਿਹੜੀ ਇਹ ਹੈਗੀ ਹੈ ਸਲਾਹ, ਤੇ ਹੋ ਸਕਦਾ ਕਿ ਹੁਣ ਦੇ ਸਮੀਕਰਨ ਨੂੰ ਉਹ ਜ਼ਿਆਦਾ ਸੂਟੇਬਲ ਨਾ ਹੋਵੇ। ਇਹ ਨਹੀਂ ਕਿ ਉਹਨਾਂ ਦੀ ਇਗਨੋਰ ਕੀਤਾ ਗਿਆ ਹੋਵੇਗਾ, ਜਾਂ ਫਿਰ ਜਿਹੜੀ ਅਵੇਲੇਬਿਲਟੀ ਹੈ ਇਲੈਕਟਡ ਮੈਂਬਰ ਪਾਰਲੀਮੈਂਟਸ ਆਏ ਨੇ ਉਹਨਾਂ ਦੇ ਵਿੱਚ ਕਿਹੜੇ 'ਚ ਕਿੰਨੀ ਕੁ ਕੈਪੇਬਿਲਿਟੀ ਹੈਗੀ ਆ, ਉਹਦੇ ਹਿਸਾਬ ਨਾਲ ਵੀ ਜਿਹੜੇ ਫੈਸਲੇ ਲਏ ਜਾ ਸਕਦੇ ਨੇ। ਸੋ ਇਹਦਾ ਕੋਈ ਬਹੁਤਾ ਇੰਪੈਕਟ ਨਹੀਂ ਹੈਗਾ ਇਹਦੇ ਵਿੱਚ। ਢੀਂਡਸਾ ਸਾਹਿਬ, ਜੇ ਆਪਾਂ ਦੇਖੀਏ ਪਿਛਲੇ 4 ਸਾਲ ਇੱਕ ਗੱਲ ਬੜੀ ਚਰਚਾ ਚੱਲਦੀ ਰਹੀ ਕਿ ਜਸਟਿਨ ਟਰੂਡੋ ਦੀ ਕੈਬਨਿਟ ਦੇ ਵਿੱਚ ਇਹਨਾਂ ਨੇ ਵੀ ਕਿਤੇ ਕਿਹਾ ਜਾਂਦਾ ਕਿ ਉਹਨਾਂ ਨੇ ਕਿਹਾ ਸੀ ਵਾਸ਼ਿੰਗਟਨ ਦੇ ਵਿੱਚ ਵੀ ਮੇਰੀ ਮੰਤਰੀ ਮੰਡਲ ਵਿੱਚ ਉਹਨੇ ਸਿੱਖ ਕੈਬਨਿਟ ਦੇ ਵਿੱਚ ਨੇ ਜਿੰਨੇ ਹਿੰਦੁਸਤਾਨ ਦੇ ਵਿੱਚ ਵੀ ਨਹੀਂ। ਇਹ ਗੱਲ 4 ਸਾਲ ਘੁੰਮਦੀ ਰਹੀ, ਪਰ ਪਹਿਲੀ ਵਾਰ ਉਹਨਾਂ ਨੇ ਇੱਕ ਹਿੰਦੂ ਜਿਹੜੀ MP ਹੈ ਉਹਨੂੰ ਕੈਬਨਿਟ ਦੇ ਵਿੱਚ ਸ਼ਾਮਲ ਕੀਤਾ। ਕੀ ਇਹਦਾ ਤੁਹਾਡੇ ਖਿਆਲ 'ਚ ਅਸਰ ਪਏਗਾ? ਡਿਪੈਂਡ ਕਰਦਾ ਜੀ ਤੁਸੀਂ ਕਿਹਦੇ ਨਾਲ ਗੱਲ ਕਰਦੇ ਹੋ। ਰਿਊਮਰਸ ਬਥੇਰੀਆਂ, ਪਰ ਜਿੰਨਾ ਚਿਰ ਸਾਡੇ ਕੋਲ ਕੋਈ ਸਬੂਤ ਨਹੀਂ। ਪਰ ਔਨ ਦੀ ਅਦਰ ਹੈਂਡ ਜਿਹੜਾ ਅਨੀਤਾ ਆਨੰਦ ਆ ਉਹ ਵੈਲ ਕੁਆਲੀਫਾਈਡ ਆ। ਸ਼ੀ ਇਜ਼ ਅ ਪ੍ਰੋਫੈਸਰ, ਸ਼ੀ ਇਜ਼ ਵੈਲ ਐਜੂਕੇਟਡ ਐਂਡ ਸ਼ੀ ਇਜ਼ ਵੈਲ ਕਨੈਕਟਡ। ਸੋ ਹੁਣ ਤੱਕ ਤਾਂ ਤੁਸੀਂ ਦੇਖੋ ਜਿਹੜੀ ਪ੍ਰਪੋਰਸ਼ਨ ਆ, ਕਿੰਨੇ ਪੰਜਾਬੀ ਮਿਨਿਸਟਰ ਆ, ਕਿੰਨੇ ਪੰਜਾਬੀ ਮੈਂਬਰ ਆਫ ਪਾਰਲੀਮੈਂਟ ਹੈ, ਐਂਡ ਹਿੰਦੂ ਤਾਂ ਇੱਕੋ ਹੀ ਆਈ ਹੈ ਇਹ ਕੁੜੀ, ਪਹਿਲੀ ਦਫਾ ਆਈ ਹੈ ਕੈਨੇਡਾ ਦੀ ਹਿਸਟਰੀ 'ਚ ਪਹਿਲੀ ਵਾਰ ਉਹ ਹਿੰਦੂ ਮੰਤਰੀ ਬਣੇ। ਇਹਨਾਂ ਨੇ ਟਰੂਡੋ ਨੇ ਜਿੱਦਾਂ ਰੰਧਾਵਾ ਸਾਹਿਬ ਨੇ ਕਿਹਾ ਬੜਾ ਵੈਰੀ ਵਾਈਜ਼ਲੀ ਹੀ ਟਰਾਈ ਟੂ, ਜਿੱਦਾਂ ਅਹਿਮਦ ਹੁਸੈਨ ਉਹਨੂੰ ਮੁੜ ਕੇ ਫੇਰ ਲੈ ਲਿਆ। ਉਸ ਹਿਸਾਬ ਦੇ ਨਾਲ ਨੋ ਮੈਟਰ ਵਟ ਵੀ ਸੇ ਅਨੀਤਾ ਆਨੰਦ ਦੀ ਜਿਹੜੀ ਕੁਆਲੀਫਿਕੇਸ਼ਨ ਹੈ ਇਜ਼ ਬੈਟਰ ਦੈਨ ਜਿਹੜੇ ਆਲਰੇਡੀ ਮਿਨਿਸਟਰ ਆ। ਅਤੇ ਜੇ ਆਪਾਂ ਦੇਖੀਏ ਅਨੀਤਾ ਆਨੰਦ ਦੇ ਆਉਣ ਦੇ ਨਾਲ ਕਿਹੜਾ ਜਿਹੜਾ ਹਿੰਦੁਸਤਾਨ ਤੇ ਭਾਰਤ ਦੇ ਸੰਬੰਧਾਂ 'ਤੇ ਕਿੰਨਾ ਕੁ ਅਸਰ ਪਏਗਾ ਇਹਦਾ? ਦੇਖੋ ਇੱਥੇ ਜਿਹੜੀ ਮੇਨ ਗੱਲ ਹੋ ਰਹੀ ਹੈ ਨਾ ਮਿਨਿਸਟਰੀ ਦੇ ਵਿੱਚ ਸਪੈਸ਼ਲੀ, ਜੇ ਅਸੀਂ ਅਨੀਤਾ ਆਨੰਦ ਨੂੰ ਇਹੀ ਦੇਖ ਲਈਏ ਜੋ ਰਿਊਮਰ ਚੱਲ ਰਿਹਾ ਕਿ ਇਹ BJP ਦੇ ਕਲੋਜ਼ ਆ ਜਾਂ BJP ਦੀ ਸਿਫਾਰਿਸ਼ ਦੇ ਆ, ਪਰ ਕਣੀ ਤੇ ਗੁਣ ਆਪਣੇ 'ਚ ਵੀ ਹੋਣੇ ਚਾਹੀਦੇ। ਉਹ ਇਹ ਥੋੜਾ ਜਿਹਾ ਵੀ ਉੱਥੋਂ ਲਿਆ ਕੇ ਤੇ ਕਿੱਕਰ ਸਿੰਘ ਨੂੰ ਇੱਥੇ ਸਿੱਧਾ ਮਿਨਿਸਟਰ ਬਣਾ ਦੇਣਗੇ, ਉਹ ਨਹੀਂ ਇੱਥੇ ਹੁੰਦਾ। ਇਹ ਆਪਣੇ 'ਚ ਵੀ ਕਣੀ ਹੋਣੀ ਚਾਹੀਦੀ ਆ। ਔਰ ਫਿਰ ਜਿਹੜੀ ਇਹ ਦਾਣਾ ਸੁੱਟਿਆ ਜਾ ਰਿਹਾ ਨਾ ਹਿੰਦੂ ਸਿੱਖ ਵਾਲਾ, ਇਹ ਨਾ ਤਾਂ ਸਿੱਖ ਬਰਦਾਸ਼ਤ ਕਰਦੇ ਨੇ ਨਾ ਹਿੰਦੂ ਬਰਦਾਸ਼ਤ ਕਰਦੇ। ਇਹ ਪਿਛੋਕੜ ਵੀ ਵੇਖ ਲਈਏ, ਇਹ ਨਹੀਂ ਆਪਣਾ ਕਿ ਆਪਣੀ ਕਮਿਊਨਿਟੀ ਨੇ ਇਹ ਦਾਣਾ ਸੁੱਟਿਆ ਆ। ਇਸ ਪਾਕਿਸਤਾਨ ਨਾਲੋਂ ਵੀ ਦਾਣਾ ਇੰਡੀਆ ਦੇ ਵਿੱਚ ਸੁੱਟਿਆ ਜਾਂਦਾ ਵੀ ਸਿੱਖ ਤੇ ਹਿੰਦੂ। ਨੋ, ਸਿੱਖ ਹਿੰਦੂਆਂ ਦਾ ਵਿੱਚ ਕੋਈ ਬਹੁਤਾ ਅੰਤਰ ਨਹੀਂ ਹੈਗਾ। ਹਾਂ, ਸਾਡੇ ਆਪਣੇ ਧਾਰਮਿਕ ਜਜ਼ਬਾਤ ਕੁਛ ਹੋਰ ਨੇ, ਉੱਥੇ ਅਸੀਂ ਡਿਫਰ ਕਰਦੇ ਹਾਂ। ਪਰ ਜਦੋਂ ਅਸੀਂ ਰਹਿਣ ਬਹਿਣ ਸਹਿਣ ਦੀ ਗੱਲ ਕਰਦੇ ਹਾਂ ਆਪਸ 'ਚ ਮਿਲ ਵਰਤ ਕੇ, ਉਹਦੇ ਵਿੱਚ ਕੋਈ ਬਹੁਤਾ ਪਾੜਾ ਤਰੇੜ ਨਹੀਂ ਲੱਗਦੀ। ਔਰ ਇਹਨੂੰ ਉਭਾਰਨਾ ਨਹੀਂ ਚਾਹੀਦਾ। ਇਹ ਹਿੰਦੂਆਂ ਨੇ ਵੀ ਵੋਟਾਂ ਪਾਈਆਂ ਨੇ, ਜਿਹੜੇ ਸਿੱਖ ਕੈਂਡੀਡੇਟ ਸੀ, ਸਿੱਖਾਂ ਨੇ ਵੀ ਉਹਨਾਂ ਨੂੰ ਪਾਈਆਂ। ਅਨੀਤਾ ਸਿੱਖਾਂ ਦੀਆਂ ਵੋਟਾਂ ਤੋਂ ਬਗੈਰ ਤਾਂ ਨਹੀਂ ਹੋਈ। ਸੋ ਢੀਂਡਸਾ ਸਾਹਿਬ, ਕੁਝ ਲੋਕਾਂ ਦੀ ਮੈਂ ਸਮਝਦਾ ਕਿ ਪਿਛਲੀਆਂ ਇਲੈਕਸ਼ਨਾਂ ਤੋਂ ਕੁਝ ਕੁ ਸਮੇਂ ਤੋਂ ਇਹ ਸ਼ਰਾਰਤ ਚੱਲੀ ਸੀ ਸਾਡੇ ਖਾਸ ਕਰਕੇ ਪੀਲ ਦੇ ਵਿੱਚ ਹਿੰਦੂ ਸਿੱਖਾਂ ਦਾ, ਪਰ ਉਹਦਾ ਬਹੁਤਾ ਅਸਰ ਦਿਖਾਈ ਨਹੀਂ ਦਿੱਤਾ। ਪਰ ਹੁਣ ਕੁਝ ਲੋਕਾਂ ਦਾ ਇਹ ਮੰਨਣਾ ਕਿ ਅਨੀਤਾ ਆਨੰਦ ਜਿਹੜੀ ਹੈਗੀ ਆ ਉਹਦੇ ਕੈਬਨਿਟ ਮੰਤਰੀ ਬਣਨ ਦੇ ਨਾਲ ਲਿਬਰਲ ਨੂੰ ਹਿੰਦੂ ਵੋਟ ਬੈਂਕ 'ਚ ਵਾਧਾ ਹੋਵੇਗਾ ਉਹਦੇ ਨਾਲ। ਪਹਿਲਾਂ ਤਾਂ ਅੰਡਰਸਟੈਂਡ ਕਰਨ ਦੀ ਲੋੜ ਹੈ ਕਿ ਅਨੀਤਾ ਆਨੰਦ ਉਹ ਰਿਪਰੈਜ਼ੈਂਟ ਇਕੱਲੇ ਉਹ ਹਿੰਦੂਆਂ ਨੂੰ ਨਹੀਂ ਕਰ ਰਹੀ, ਉਹ ਸਿੱਖਾਂ ਨੂੰ ਨਹੀਂ ਕਰ ਰਹੀ, ਉਹ ਕੈਨੇਡੀਅਨਸ ਨੂੰ ਰਿਪਰੈਜ਼ੈਂਟ ਕਰ ਰਹੀ ਹੈ। ਉਹਨੂੰ ਵੋਟਾਂ ਇਕੱਲੇ ਹਿੰਦੂਆਂ ਨੂੰ ਨਹੀਂ ਪਾਈਆਂ, ਸਿੱਖਾਂ ਨੂੰ ਵੀ ਪਾਈਆਂ, ਹਿੰਦੂਆਂ ਨੂੰ ਵੀ ਪਾਈਆਂ, ਮੁਸਲਮਾਨਾਂ ਨੂੰ ਵੀ ਪਾਈਆਂ, ਈਸਾਈਆਂ ਨੂੰ ਵੀ ਪਾਈਆਂ, ਤਾਂ ਉਹ ਮੈਂਬਰ ਆਫ ਪਾਰਲੀਮੈਂਟ ਬਣੀ ਹੈ। ਹੁਣ ਰਹੀ ਗੱਲ
ਜਿਹੜੀ ਇਹ ਗੱਲ ਠੀਕ ਹੈ ਤੁਹਾਡੀ ਕਿ ਜਿਹੜਾ ਟਰੂਡੋ ਆ ਲਿਬਰਲ ਸਰਕਾਰ ਆ ਉਹ ਬ੍ਰੇਕ ਥਰੂ ਚਾਹੁੰਦੀ ਆ ਇੰਡੀਆ ਦੇ ਨਾਲ ਤੇ ਚਾਈਨਾ ਦੇ ਨਾਲ। ਇਸ ਵੇਲੇ ਇੰਡੀਆ ਦੇ ਨਾਲ ਮੈਂ ਸੁਣਦਾ ਜੀ ਪਹਿਲਾਂ 5 ਬਿਲੀਅਨ ਦਾ ਟ੍ਰੇਡ ਸੀ, ਇਹ ਕਹਿੰਦੇ ਜੀ ਅਸੀਂ ਡਬਲ ਕਰਨਾ, ਉਹ ਕਰਕੇ ਹੁਣ ਸਿਰਫ 8 ਬਿਲੀਅਨ ਦਾ ਮਸੀ ਹੋ ਸਕਿਆ। ਕਿੰਨੇ ਟ੍ਰੇਡ ਮਿਸ਼ਨ ਉੱਥੇ ਲੈ ਕੇ ਗਏ, ਹਰ ਪ੍ਰਧਾਨ ਮੰਤਰੀ ਟ੍ਰੇਡ ਮਿਸ਼ਨ ਲੈ ਕੇ ਜਾਂਦਾ ਇੰਡੀਆ ਤੇ ਚਾਈਨਾ। ਉਹ ਇਸ ਕਰਕੇ ਕਿਉਂਕਿ ਇਸੇ ਵਾਸਟ ਮਾਰਕੀਟ ਹੈ ਐਂਡ ਉਹਨੂੰ ਬ੍ਰੇਕ ਥਰੂ ਕਰਨਾ ਚਾਹੁੰਦੇ ਆ। ਉਹਦੇ 'ਚ ਕਿੰਨਾ ਕੁ ਬ੍ਰੇਕ ਥਰੂ ਹੋ ਸਕੇਗੀ ਇਹ ਦੇਖੋ ਇਕੱਲੇ ਇੰਡੀਵਿਜੂਅਲ ਦਾ ਨਹੀਂ ਹੈ, ਇਹ ਤਾਂ ਸਰਕਾਰਾਂ ਦੇ ਇੱਕ ਦੂਸਰੇ ਦੇ ਨਾਲ ਇਟਸ ਨਾਟ ਦੈਟ ਈਜ਼ੀ ਬਟ ਡੈਫੀਨਿਟਲੀ ਜੇ ਉਹ ਰਾਈਟ ਪਰਸਨ ਹੋਇਆ, ਰਾਈਟ ਅਪਰੋਚ ਹੋਈ। ਹੁਣ ਤੁਸੀਂ ਦੇਖੋ ਜਦੋਂ ਇਹ ਟਰੂਡੋ ਪਿਛਲੀ ਦਫਾ ਇੰਡੀਆ ਗਿਆ ਸਾਈਨ ਕਰਿਆ ਹੈ, ਅਚੀਵਮੈਂਟ ਕੋਈ ਨਹੀਂ ਜੀ, ਮਤਲਬ ਟ੍ਰੇਡ ਦੀ ਅਚੀਵਮੈਂਟ ਤਾਂ ਕੋਈ ਹੋਈ ਨਹੀਂ ਜੀ। ਚਲੋ ਡੀਸਾ ਸਾਹਿਬ ਆਪਣੇ ਕੋਲ ਗੱਲਾਂ ਹੋਰ ਵੀ ਨੇ, ਰੰਧਾਵਾ ਸਾਹਿਬ ਆਪਾਂ ਮੁੜਦੇ ਇੱਕ ਬ੍ਰੇਕ ਤੋਂ ਬਾਅਦ ਅਸੀਂ ਗੱਲ ਕਰਾਂਗੇ ਕਿ ਬਰੈਂਪਟਨ ਦੇ ਪੰਜਾਬੀ ਕੀ ਸੋਚਦੇ ਨੇ ਨਵੀਂ ਕੈਬਨਿਟ ਬਾਰੇ, ਇਹ ਗੱਲ ਕਰਾਂਗੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਅਸੀਂ ਇੱਕ ਵਾਰ ਫਿਰ ਹਾਜ਼ਰ ਹਾਂ। ਸਾਡੀ ਗੱਲਬਾਤ ਚੱਲ ਰਹੀ ਹੈ ਨਿਰਮਲ ਢੀਂਡਸਾ ਜੀ ਤੇ ਜਗਦੇਵ ਰੰਧਾਵਾ ਜੀ ਦੇ ਨਾਲ। ਅਸੀਂ ਗੱਲਬਾਤ ਕਰ ਰਹੇ ਹਾਂ ਕੈਨੇਡਾ ਦੇ ਜਸਟਿਨ ਟਰੂਡੋ ਦੇ ਨਵੇਂ ਮੰਤਰੀ ਮੰਡਲ ਦੇ ਬਾਰੇ 'ਚ। ਢੀਂਡਸਾ ਦਾ ਬੜੀ ਬਰੈਂਪਟਨ ਦੇ ਲੋਕ ਬੜੇ ਨਿਰਾਸ਼ ਨੇ, ਕਹਿੰਦੇ ਸਾਡੇ 5 MP ਅਸੀਂ ਲਿਬਰਲ ਦੇ 5 ਦੇ 5 ਪਿਛਲੀ ਵਾਰੀ ਜਿੱਤਾ ਕੇ ਭੇਜੇ, ਫਿਰ ਦੁਬਾਰਾ ਅਸੀਂ 5 ਭੇਜੇ ਤੇ ਸਾਡੇ ਜੋ ਮੰਤਰੀ ਕੋਈ ਵੀ ਨਹੀਂ ਲਿਆ ਗਿਆ। ਇਹ ਡਿਪੈਂਡ ਕਰਦਾ ਜੀ ਤੁਸੀਂ ਕਿਹਦੇ ਨਾਲ ਗੱਲ ਕਰਦੇ ਹੋ, ਪਰ ਮੈਂ ਇੱਦਾਂ ਅੰਡਰਸਟੈਂਡ ਕਰਦਾ ਕਿ ਜਿਹੜੇ ਬਰੈਂਪਟਨ ਦੇ ਜਿੰਨੇ ਵੀ ਮੈਂਬਰ ਆਫ ਪਾਰਲੀਮੈਂਟ ਹੈ ਉਹਨਾਂ ਦੀ ਬੈਕਗਰਾਊਂਡ ਸਾਰਿਆਂ ਦੀ ਪੰਜਾਬੀ ਹੈ ਐਂਡ ਕਿੰਨੇ ਪੰਜਾਬੀ ਤੁਸੀਂ ਪ੍ਰਪੋਰਸ਼ਨ ਦੇ ਹਿਸਾਬ ਦੇ ਨਾਲ ਤੁਸੀਂ ਦੇਖੋ ਪਾਰਲੀਮੈਂਟ ਵਿੱਚ ਕਿੰਨੇ ਪੰਜਾਬੀ ਗਏ ਬਾਕੀ ਮਿਨੋਰਟੀਆਂ ਦੇ ਹਿਸਾਬ ਦੇ ਨਾਲ, ਔਰ ਉਹਨਾਂ ਦੇ ਵਿੱਚੋਂ ਰਿਪਰੈਜ਼ੈਂਟੇਸ਼ਨ ਇੱਕ ਡਿਫੈਂਸ ਮਿਨਿਸਟਰੀ ਤੁਹਾਨੂੰ ਦੇਤੀ, ਉਹ ਇੱਦਾਂ ਸਮਝਦੇ ਆ ਮਤਲਬ ਜਿਹੜੀ ਲਿਬਰਲ ਸਰਕਾਰ ਆ ਡਿਫੈਂਸ ਮਿਨਿਸਟਰੀ ਤੁਹਾਨੂੰ ਦੇਤੀ, ਸਾਇੰਸ ਤੇ ਇਨੋਵੇਸ਼ਨ ਦੀ ਤੁਹਾਨੂੰ ਦੇਤੀ ਰਾਈਟ। ਜਾਂਦੇ ਹੋ ਗਏ ਪ੍ਰਤੀਨਿਧਤਾ ਜਿੰਨੀ ਚਾਹੀਦੀ ਸੀ ਉਸ ਤੋਂ ਵੀ ਵੱਧ ਪੰਜਾਬੀਆਂ ਨੂੰ ਮਿਲ ਚੁੱਕੀ ਹੈ, ਉਹ ਤੋਂ ਵੱਧ ਦਿੱਤੀ ਹੈ। ਹੁਣ ਰਹੀ ਗੱਲ ਜਿਹੜੇ ਬਰੈਂਪਟੋਨੀਅਨਸ ਆ ਉਹਨਾਂ ਨੂੰ ਇਹ ਗੱਲ ਅੰਡਰਸਟੈਂਡ ਕਰਨੀ ਚਾਹੀਦੀ ਕਿ ਜਿਹੜੀ ਮਿਨਿਸਟਰੀ ਆ ਉਹ ਸ਼ਹਿਰਾਂ ਦੇ ਹਿਸਾਬ ਨਾਲ ਨਹੀਂ ਮਿਲਦੀ, ਉਹ ਸੂਬੇ ਦੇ ਹਿਸਾਬ ਨਾਲ ਮਿਲਦੀ ਹੈ। ਇਹਨਾਂ ਨੇ ਫਿਰ ਵੀ ਉਸ ਹਿਸਾਬ ਦੇ ਨਾਲ ਪਰ ਸੂਬੇ ਦੇ ਹਿਸਾਬ ਨਾਲ ਵੀ ਜੇ ਦੇਖੀਏ ਸੂਬੇ ਨਾਲ ਵੀ ਨਹੀਂ ਮਿਲਦੀ, ਖੈਰਾਂ ਨਹੀਂ ਇਸ ਵਾਰੀ ਇਹ ਨੈਸ਼ਨਲੀ ਮਿਲਦੀ ਹੈ 11। ਹਾਂਜੀ ਬੇਸ਼ੱਕ ਨਹੀਂ ਜੀ ਨਹੀਂ, ਦੇਖੋ ਐਕਟੀ ਸਭ ਤੋਂ ਵੱਧ ਮਿਨਿਸਟਰ 11 ਮਿਨਿਸਟਰ ਸਾਡੇ GTA ਚੋਂ ਲੈ ਗਏ ਨੇ, 7 ਮਿਨਿਸਟਰ ਮੌਂਟਰੀਅਲ ਤੋਂ ਲੈ ਗਏ ਨੇ। ਜੇ ਆਪਾਂ ਦੇਖੀਏ ਅਲਬਰਟਾ ਦਾ ਕੋਈ ਮੰਤਰੀ ਨਹੀਂ ਉੱਥੇ ਮੈਂਬਰ ਨਹੀਂ ਆਏ, ਪਰ ਉਹਨੂੰ ਕਿਵੇਂ ਪ੍ਰਤੀਨਿਧਤਾ ਉਹਦੀ ਕਿਵੇਂ ਕਰਨੀ ਹੈ ਹੁਣ ਆਪਾਂ ਚਲੋ ਉਹਦਾ ਵਿੰਗੇ ਟੇਢੇ ਢੰਗ ਨਾਲ ਇਹ ਕਰ ਰਿਹਾ। ਜਿੱਦਾਂ ਹੁਣ ਵਿਲਕਨਸਨ ਫਰੋਮ ਵੈਨਕੂਵਰ ਤੋਂ ਆ ਤੇ ਇੱਕ ਹੈਗਾ ਰੀਗਨ ਉਥੋਂ ਨਿਊਫਾਊਂਡਲੈਂਡ ਤੋਂ, ਉਹਨੂੰ ਬਣਾਤਾ ਰਿਸੋਰਸਿਸ ਦਾ, ਵਿਲਕਨਸਨ ਨੂੰ ਬਣਾਤਾ ਇਨਵਾਇਰਨਮੈਂਟ ਦਾ। ਸੋ ਕ੍ਰਿਸਟੀਨ ਫਰੀਲੈਂਡ ਨੂੰ ਬਣਾਤੀ ਡਿਪਟੀ ਮਿਨਿਸਟਰ। ਸੋ ਦੇ ਆਰ ਟਰਾਈਂਗ ਟੂ ਫਾਈਂਡ ਦੀ ਵੇਜ਼ ਵੀ ਕਿੱਦਾਂ ਉਹਨਾਂ ਨੂੰ ਰਿਪਰੈਜ਼ੈਂਟੇਸ਼ਨ ਦੇਣੀ ਹੈ। ਤੇ ਜੇ ਆਪਾਂ ਰਿਪਰੈਜ਼ੈਂਟੇਸ਼ਨ ਤੋਂ ਬਾਵਜੂਦ ਉੱਥੇ ਇਹਨਾਂ ਨੇ ਆਧਾਰ ਕਿਸ ਤਰ੍ਹਾਂ ਬਣਾਉਣਾ, ਉਹ ਤੇ ਕੁਐਸਚਨ ਮਾਰਕ ਹੈਗਾ ਨਾ ਕਿ ਆਪਣਾ ਅੰਟੈਰੀਓ ਦੇ ਵਿੱਚੋਂ ਤੁਹਾਡੇ ਆ ਜਾਣ 73 ਮੈਂਬਰ ਪਾਰਲੀਮੈਂਟ ਤੇ ਅਲਬਰਟਾ ਦੇ ਵਿੱਚੋਂ ਤੁਹਾਡਾ ਇੱਕ ਵੀ ਨਾ ਆਵੇ, ਇਸ ਸਕੈਚੂਅਨ ਚੋਂ ਇੱਕ ਨਾ ਆਵੇ। ਸੋ ਉਹ ਦੇਖਣਾ ਪਏਗਾ ਕਿ ਉੱਥੇ ਨੈਕਸਟ ਟਾਈਮ ਕਿਸ ਤਰ੍ਹਾਂ ਉੱਥੋਂ ਦੀ ਰਿਪਰੈਜ਼ੈਂਟੇਸ਼ਨ ਜਿਹੜੀ ਆ ਉਹ ਲਈ ਜਾਂਦੀ ਹੈ। ਰੰਧਾਵਾ ਸਾਹਿਬ ਜੇ ਆਪਾਂ ਦੇਖੀਏ ਜੇ ਸੂਬਿਆਂ ਦੇ ਨਾਲ ਫੈਡਰਲ ਸਰਕਾਰ ਨੇ ਬਣਾਉਣੀ ਆ ਤਾਂ ਉੱਥੋਂ ਦੇ ਪ੍ਰੀਮੀਅਰ ਨਾਲ ਇਹਨਾਂ ਨੂੰ ਬਣਾ ਕੇ ਰੱਖਣੀ ਪੈਣੀ ਆ। ਜੇ ਦੇਖੀਏ ਜ਼ਿਆਦਾਤਰ ਜਿਹੜੇ ਨੇ ਉਹ PC ਪਾਰਟੀ ਦੇ ਜਿਹੜੇ ਨੇ ਪ੍ਰੀਮੀਅਰ ਬਣੇ ਹੋਏ ਨੇ, ਕਿਵੇਂ ਬਣਾ ਕੇ ਰੱਖਣੇ, ਖਾਸ ਕਰਕੇ ਅਸੀਂ ਓਨਟਾਰੀਓ ਦੀ ਗੱਲ ਕਰੀਏ। ਦੈਟਸ ਬਿਗ ਚੈਲੰਜ। ਹਾਂਜੀ ਦੈਟਸ ਚੈਲੰਜ ਕਿਉਂਕਿ ਜਿਹੜੀ ਆ ਉਹ ਇਸ ਵੇਲੇ ਅਲਬਰਟਾ ਦੇ ਵਿੱਚ ਜਿਹੜੀ ਅਨਪਲੋਇਮੈਂਟ ਹੈ 7% ਤੋਂ ਵੀ ਉੱਪਰ ਹੈ ਐਂਡ ਉਹ ਰਿਸੈਸ਼ਨ 'ਚੋਂ ਬਾਹਰ ਨਹੀਂ ਆਇਆ। ਉਹ ਇਹ ਸਮਝਦੇ ਆ ਕਿ ਜਿੰਨਾ ਚਿਰ ਸੀ ਰਿਸੋਰਸਿਸ ਹੈ ਜਿਹੜਾ ਵਰਲਡ ਆਇਲ ਆ ਉਹ ਵਰਲਡ ਮਾਰਕੀਟ ਤੱਕ ਕਿੱਦਾਂ ਪਹੁੰਚਾਉਣਾ, ਦੈਟਸ ਹੀ ਕੁਐਸਚਨ। ਉਹ ਪਾਈਪਲਾਈਨ ਰਾਹੀਂ ਪਹੁੰਚਾਇਆ ਜਾ ਸਕਦਾ, ਦੈਟਸ ਈਜ਼ੀ, ਸੌਖਾ ਐਂਡ ਇਨਵਾਇਰਮੈਂਟਲੀ ਵੀ ਕੁਆਇਟ ਹੈ। ਹੁਣ ਉਹਨੂੰ ਜਿਹੜੀਆਂ ਦੋਨੇ ਬਿਗ ਪਾਰਟੀਆਂ ਦੋਨੇ ਸਪੋਰਟ ਕਰਦੀਆਂ, ਪਰ ਜਿਹਦੇ ਡਿਪੈਂਡੈਂਟ ਜੇ ਤੇ ਟਰੂਡੋ ਨੇ ਡਿਪੈਂਡੈਂਟ ਕਰਨਾ NDP ਜਾਂ ਬਲੌਕ ਕਿਬਕ, ਉਹ ਇਹਨੂੰ ਅਪੋਜ਼ ਕਰਦੇ ਆ। ਸੋ ਇਟਸ ਵੈਰੀ ਡਿਫਿਕਲਟ। ਤੇ ਰੰਧਾਵਾ ਸਾਹਿਬ ਜੇ ਆਪਾਂ ਦੇਖੀਏ ਹੁਣ ਤੁਹਾਡੇ ਖਿਆਲ 'ਚ ਜਿਵੇਂ ਹੁਣ ਸੈਸ਼ਨ ਸ਼ੁਰੂ ਹੋ ਜਾਣਾ, ਇਹਨਾਂ ਨੇ ਆਪਣਾ ਬਹੁਮਤ ਵੀ ਸਾਬਤ ਕਰਨਾ, ਕਿਵੇਂ ਦਿਖਾਉਣਗੇ? ਜੇ ਕਿਹੜੀ ਪਾਰਟੀ ਨਾਲ ਇਹਨਾਂ ਨੂੰ ਮਿਲ ਕੇ ਚੱਲਣਾ ਪਊ, ਕਿਵੇਂ ਚੱਲਣਗੇ? ਪਾਰਟੀਆਂ ਦੇ ਨਾਲ ਤੇ ਦੇਖੋ ਜਗਮੀਤ ਨੇ ਤੇ ਪਹਿਲਾਂ ਹੀ ਇੰਡੀਕੇਸ਼ਨ ਦੇਤੀ ਸੀ ਕਿ ਮੈਂ ਆਮ ਵਿਲਿੰਗ ਕਿ ਮੈਂ ਲਿਬਰਲ ਪਾਰਟੀ ਨਾਲ ਚੱਲੂੰਗਾ, ਔਰ ਬਲਾਕ ਕਿਬਕ ਤੇ ਵੀ ਇਹਨਾਂ ਦਾ। ਪਰ ਹੁਣ ਉਹਨਾਂ ਨੇ ਵਾਰਨਿੰਗ ਵੀ ਦਿੱਤੀ ਸੀ ਕਿ ਤੁਸੀਂ ਇੱਕ ਪਾਸੇ ਚੱਲੋ, ਜਾਂ ਉੱਧਰ ਚੱਲੋ ਜਾਂ ਇੱਧਰ ਚੱਲੋ।
ਉਹ ਕਹਿਣ ਦੀਆਂ ਗੱਲਾਂ ਹੋਣੀਆਂ। ਗੱਲ ਤਾਂ ਜਿਹੜੇ ਇਸ਼ੂਜ਼ ਨੇ, ਕਰੰਟ ਇਸ਼ੂਜ਼ ਨੇ, ਉਹਨਾਂ ਦੇ ਉੱਤੇ ਜਿਹੜੀ ਗਿਵ ਐਂਡ ਟੇਕ ਕਰਕੇ ਤੇ ਬਿੱਲ ਪਾਸ ਹੋਣੇ ਨੇ, ਉਹਨਾਂ ਦੇ ਉੱਤੇ ਤੁਹਾਡੀ ਮੈਜੋਰਿਟੀ ਸ਼ੋ ਹੋਣੀ ਹੈ। ਹਾਂਜੀ, ਅਦਰਵਾਈਜ਼ ਜਿੱਥੇ ਵੀ ਉਹ ਡ੍ਰੌਪ ਹੋਏ ਉੱਥੇ ਹੀ ਸਰਕਾਰ ਟੁੱਟ ਜਾਣੀ। ਸਰਕਾਰ ਨੇ ਮੰਤਰੀ ਮੰਡਲ 'ਚ ਵੀ ਵਧਾਤਾ, ਖਰਚੇ ਬਹੁਤ ਵੱਧ ਜਾਣੇ ਨੇ। ਕੀ ਹਾਲਤ ਕੀ ਆ ਖਜ਼ਾਨੇ ਦੀ ਸਰਕਾਰ ਦੇ ਜੀ? ਖਜ਼ਾਨੇ ਦੀ ਹਾਲਾਤ ਜੀ, ਕੱਲ ਬੈਂਕ ਆਫ ਕੈਨੇਡਾ ਦੇ ਡਿਪਟੀ ਗਵਰਨਰ ਦੀ ਸਟੇਟਮੈਂਟ ਆਈ ਹੈ ਕਿ ਸਿਚੁਏਸ਼ਨ ਇਜ਼ ਵੈਰੀ ਸੀਰੀਅਸ। ਜਿਹੜਾ ਡੈਟ ਆ ਲੋਕਾਂ ਸਿਰ, ਸਰਕਾਰ ਸਿਰ, ਮਿਊਨਿਸਪੈਲਿਟੀਆਂ ਸਿਰ, ਪ੍ਰੋਵਿੰਸ਼ੀਅਲ ਸਰਕਾਰਾਂ ਸਿਰ, ਇੰਨਾ ਜਿਹੜੀ ਇਟਸ ਅ ਮੈਟਰ ਆਫ ਟਾਈਮ ਜਦ ਬੰਬ ਜਿਹੜਾ ਫਟਣਾ। ਐਂਡ ਉਹਨੂੰ ਜਿਹੜਾ ਫਾਈਨਾਂਸ ਮਿਨਿਸਟਰ ਆਫ ਕੈਨੇਡਾ ਦਾ, ਹੀ ਹੈਵ ਟੂ ਬੀ ਵੈਰੀ ਕੇਅਰਫੁਲ। ਚੈਲੰਜਿਸ ਆਰ ਓਵਰ ਦੇਅਰ। ਸਾਊਥ ਆਫ ਦੀ ਬਾਰਡਰ ਮਿਸਟਰ ਟਰੰਪ ਤਾਂ ਜਿਹੜੇ ਟੈਕਸਿਸ ਆ ਇੰਡੀਵਿਜੂਅਲੀ ਐਂਡ ਕਾਰਪੋਰੇਸ਼ਨ ਦੇ ਟੈਕਸਿਸ ਥੱਲੇ ਲਿਆ ਰਿਹਾ। ਐਂਡ ਇੱਥੇ NDP ਇਹ ਕਹਿ ਰਹੀ ਆ ਕਿ ਟੈਕਸਿਸ ਤੁਸੀਂ ਵਧਾਓ ਤਾਂ ਕਿ ਫਾਰਮਾ ਕੇਅਰ ਦੇ ਫ੍ਰੀ ਕੀਤਾ ਜਾ ਸਕੇ। ਸੋ ਇਹ ਪਲੱਸ ਪ੍ਰੈਸ਼ਰ ਇਹ ਵੀ ਪੈ ਰਿਹਾ ਕਿ ਜਿਹੜਾ ਟੈਕਸ ਹੈ, ਟੈਕਸ ਰਿਵਾਈਜ਼ ਹੋਣਾ ਚਾਹੀਦਾ। ਬੜੇ ਚਿਰ ਦਾ ਉਹੀ ਰੇਸ਼ੋ ਚੱਲੀ ਆਉਂਦੀ ਹੈ। ਇਹਦੇ 'ਚ ਸਟੱਡੀ ਕਰਕੇ, ਸਟੱਡੀ ਆਫਟਰ ਸਟੱਡੀ ਕੀਤੀਆਂ ਉਹਨੂੰ। ਸੋ ਇਟਸ ਅ ਵੈਰੀ ਡਿਫੀਕਲਟ। ਪਲੱਸ ਪਿਛਲੀ ਸਰਕਾਰ ਨੇ ਕਿਹਾ ਸੀ ਕਿ ਅਸੀਂ 2019 'ਚ ਜਿਹੜਾ ਡੈਫੀਸਿਟ ਹੈ ਬੈਲੈਂਸ ਕਰ ਦਿਆਂਗੇ। ਹੁਣ ਇਹਨਾਂ ਨੇ ਕਹਿ ਦਿੱਤਾ 2045 ਤੱਕ। ਇਟਸ ਵੈਰੀ ਡਿਫੀਕਲਟ ਫਾਰ ਦੀ ਫਾਈਨਾਂਸ ਮਿਨਿਸਟਰ। ਇਹ ਕਿੱਦਾਂ ਕਰਨਗੇ? ਇਟਸ ਅ ਬਿਗ ਚੈਲੰਜ, ਬਟ ਇਟ ਇਜ਼ ਦੇ ਹੈਵ ਟੂ ਡੂ ਇਟ। ਰੰਧਾਵਾ ਸਾਹਿਬ, ਕੰਜ਼ਰਵੇਟਿਵ ਪਾਰਟੀ ਦੇ ਆਗੂ ਐਂਡਰੀਸੀਆ ਨੇ ਇਹਦਾ ਮਜ਼ਾਕ ਉਡਾਇਆ ਜਸਟਨ ਟਰੂਡੋ ਦਾ ਕਿ ਇਹਨਾਂ ਨੇ ਪੁਰਾਣੇ ਮੰਤਰੀ ਲੈ ਨੇ, ਇਹ ਫਿਰ ਉਹੀ ਗਲਤੀਆਂ ਫਿਰ ਦੁਹਰਾਉਣਗੇ ਜਿਹੜੀਆਂ ਪਹਿਲਾਂ ਦੁਹਰਾਈਆਂ। ਇਹ ਨਾ ਤੁਹਾਨੂੰ ਸਾਹਮਣੇ ਉਹ ਦਿਸਦਾ ਆ ਜਿਹੜਾ ਬਨਾਕੂਲਰ ਤੁਸੀਂ ਫੜਿਆ ਹੋਵੇ। ਹਾਂਜੀ, ਉਹਨੇ ਬਨਾਕੂਲਰ ਹੀ ਜਦੋਂ ਆਪੋਜੀਸ਼ਨ ਵਾਲਾ ਫੜਿਆ ਹੋਇਆ, ਹਾਂਜੀ, ਉਹਨੂੰ ਔਗਣ ਦਿਸਦੇ ਨੇ। ਹਾਂਜੀ, ਉਹ ਤਾਂ ਸਿਰਫ ਇੰਨੀ ਗੱਲ ਆ ਵੀ ਜਿਹੜਾ ਵੀ ਤੁਹਾਡੀ ਗੱਲਬਾਤ ਕਰਦਿਆਂ ਦਾੜੀ ਹਿਲਦੀ ਆ, ਉਹ ਗੱਲ ਕਰ ਰਿਹਾ। ਸੋ ਜਿਹੜੀ ਇਕਨੋਮਿਕ ਗੱਲ ਫਾਈਨੈਂਸ ਦੀ ਤੁਸੀਂ ਕਰਦੇ ਸੋ, ਜੋ ਐਡੀਸ਼ਨਿੰਗ ਕਰਨੀ ਚਾਹਾਂਗਾ ਆਪਣਾ ਢੀਂਡਸਾ ਸਾਹਿਬ, ਜਿਹੜੀ ਕੈਨੇਡਾ ਦੀ ਇਕੋਨਮੀ ਹੈ ਨਾ, ਜਦੋਂ ਰਿਸੈਸ਼ਨ ਆਉਂਦਾ ਜਾਂ ਕਲੈਪਸ ਹੁੰਦੀ ਆ, ਇਹ ਕੈਨੇਡਾ ਦੀ ਬੈਂਕਿੰਗ ਸਿਸਟਮ ਬੈਟਰ ਹੋਣ ਕਰਕੇ, ਕੰਜ਼ਰਵੇਟਿਵ ਬੈਂਕਿੰਗ ਸਿਸਟਮ ਹੋਣ ਕਰਕੇ ਉਹਦਾ ਬਚਾਅ ਹੋ ਜਾਂਦਾ। ਲਾਸਟ ਟਾਈਮ ਵੀ ਇਸ ਕਰਕੇ ਹੋਇਆ ਸੀ। ਇਹ ਉਹ ਫਾਊਂਡੇਸ਼ਨ ਕੀਤੀ ਜਾਂਦੀ ਹੈ। ਨਹੀਂ ਤੇ ਜਿੰਨਾ ਡੈਟ ਇਸ ਵੇਲੇ ਕੈਨੇਡੀਅਨਸ ਦੇ ਉੱਪਰ ਆ, ਉਹ ਇਸ ਤੋਂ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ। ਘਰ ਤੁਹਾਡੇ ਅਫੋਰਡੇਬਿਲਟੀ ਤੋਂ ਕਿਸੇ ਦੇ ਵੀ ਨਵੇਂ ਸਿਟੀਜ਼ਨ ਦੇ ਲੈ ਹੀ ਨਹੀਂ ਸਕਦਾ, ਸਵਾਲ ਹੀ ਨਹੀਂ ਪੈਦਾ ਹੁੰਦਾ। ਕਿਹਦੀ ਇੱਥੇ ਤੁਸੀਂ ਵੇਖਦੇ ਹੋ ਆਲੇ ਦੁਆਲੇ, ਮੈਨੂੰ ਦੱਸ ਦਿਓ ਕਿਹਦੀ 1.5-2 ਲੱਖ ਇਨਕਮ ਆ? ਹਾਂਜੀ, ਇਨਕਮ 20,000 ਆ, ਘਰ ਉਹਦਾ 1.5 ਮਿਲੀਅਨ ਦਾ ਹੈ। ਸੋ ਇਹ ਜਿਹੜਾ ਫਲੋ ਆ ਨਾ, ਇਹ ਜੇ ਇੱਕ ਦਿਨ ਬਸਟ ਹੁੰਦਾ ਤਾਂ ਇਟਸ ਅ ਸੀਰੀਅਸ ਫਾਰ ਦਾ ਹੋਲ ਕੈਨੇਡੀਅਨ ਇਕੋਨਮੀ। ਪਰ ਬਚਾਅ ਇਹਦਾ ਜਿਹੜੀ ਹੈ ਬੈਂਕਿੰਗ ਇਹਨਾਂ ਦਾ ਸਿਸਟਮ ਜਿਹੜਾ ਉਹ ਕਰ ਰਿਹਾ। ਢੀਂਡਸਾ ਸਾਹਿਬ, ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਪਏਗਾ ਜਸਟਨ ਟਰੂਡੋ ਨੂੰ ਆਪਣੀ ਸਰਕਾਰ ਨੂੰ ਲੰਮੇ ਸਮੇਂ ਤੱਕ ਚਲਾਉਣ ਲਈ? ਟਰੂਡੋ ਨੂੰ ਖਿਆਲ ਰੱਖਣਾ ਪਊਗਾ ਜੀ, ਜਿਹੜੀਆਂ ਗਲਤੀਆਂ ਪਿਛਲੀ ਦਫਾ ਕੀਤੀਆਂ ਸੀ। ਕਿਹੜੀਆਂ? ਕਿੰਨੇ ਸਕੈਂਡਲਾਂ 'ਚ ਫਸਿਆ ਉਹ, ਕਿੰਨੀ ਦਫਾ ਉਹਨੇ ਗਲਤੀ ਮੰਨੀ, ਕਿੰਨੀ ਦਫਾ ਅਪੋਲੋਜਾਈਜ਼ ਕੀਤਾ। ਤੇ ਦੂਸਰਾ ਪਰ ਹੁਣ ਢੀਂਡਸਾ ਦਾ ਮਾਫ ਵੀ ਨਹੀਂ ਕਰਨਾ, ਉਹ ਤਾਂ ਪਹਿਲੀ ਗਲਤੀ ਸੀ, ਲੋਕਾਂ ਨੇ ਦਿਲ ਖੋਲ ਕੇ ਮਾਫ ਕੀਤਾ। ਇਹ ਨਹੀਂ ਗੱਲ ਹੈ। ਹੀ ਹੈਵ ਟੂ, ਇੱਕ ਤਾਂ ਚੈਲੰਜ ਇਹ ਆ। ਦੂਸਰਾ ਚੈਲੰਜ ਇਹ ਆ, ਕਈ ਜਿਹੜੇ ਉਹਨੇ ਪਿਛਲੀ ਦਫਾ ਇਹਨੇ ਇਹੀ ਗਲਤੀ ਕੀਤੀ ਸੀ, ਜੈਂਡਰ 50-50 ਹੋਣਾ ਇਹ ਚਾਹੀਦਾ ਸੀ। 50-50 ਨਾਲੋਂ ਕੁਆਲੀਫਿਕੇਸ਼ਨ, ਜਿਹੜਾ ਕੁਆਲੀਫਾਈ ਕਰਦਾ ਹੋਵੇ, ਡਜ਼ਨਟ ਮੈਟਰ ਮੈਨ ਔਰ ਵੂਮਨ। ਹੁਣ ਉਹਨੂੰ ਇਹ ਫਾਰਮੂਲਾ ਲਾਗੂ ਕਰਨ ਲਈ ਬਹੁਤ ਸਾਰੇ ਕਈ ਕਮਜ਼ੋਰ ਕੈਂਡੀਡੇਟਾਂ ਨੂੰ ਵੀ ਉਹਨੂੰ ਮੰਤਰੀ ਬਣਾਉਣਾ ਪਿਆ। ਦੈਟਸ ਰਾਈਟ। ਕਿ ਮੈਂ ਬਰਾਬਰ ਪਿਛਲੀ ਦਫਾ ਵੀ ਇਹੀ ਗਲਤੀ ਕੀਤੀ ਸੀ ਇਹਨੇ। ਮੈਂ ਹੁਣ ਆਈ ਕੈਨ ਨੇਮ ਦੀ ਪੀਪਲ ਜਿਹੜੇ ਪਹਿਲੀ ਦਫਾ ਬਣੇ, ਪਹਿਲੀ ਦਫੇ ਮਿਨਿਸਟਰ। ਮਤਲਬ ਕੀ ਉਹਨਾਂ ਦਾ ਐਕਸਪੀਰੀਅੰਸ ਹੈ ਆ ਚੱਗਰ ਦਾ, ਇਸੇ ਕਰਕੇ ਇਹਨੂੰ ਡਿਮੋਟ ਕੀਤਾ ਕਿ ਉਹ ਵਿਚਾਰੀ ਪਹਿਲੀ ਦਫਾ ਬਣੀ, ਪਹਿਲੀ ਦਫਾ ਇਹਨੂੰ ਲੀਡਰ ਬਣਾਤਾ ਹਾਊਸ ਦਾ। ਇਹ ਛੋਟੀ ਜੀ ਜੌਬ ਥੋੜੀ ਹੈ। ਚਲੋ ਤਾਂ ਬਹੁਤ ਸਾਰੇ ਹੁੰਦੇ ਨੇ, ਪਹਿਲੀ ਵਾਰੀ NDP ਦੇ ਲੀਡਰ ਬਣ ਜਾਂਦੇ ਨੇ, ਤੇ ਫਿਰ ਹਾਊਸ ਦੇ ਲੀਡਰ ਸੀ। ਉਹਦੇ ਬਣੀ ਬਣਾਇਆ ਸਟਰਕਚਰ ਹੈਗਾ, ਚਲਾਉਣਾ ਹੀ ਆ। ਇਹੋ ਜਿਹੀ ਗੱਲ ਨਹੀਂ ਕਿ ਕਈ ਜ਼ਰੂਰੀ ਨਹੀਂ ਮੰਤਰੀ ਦੇ ਤੌਰ ਤੇ, ਬਹੁਤ ਸਾਰੇ ਮੰਤਰੀਆਂ ਦੇ ਨਾਲ ਰਹਿ ਕੇ ਜਾਂ MPਆਂ ਦੇ ਨਾਲ ਰਹਿ ਕੇ, ਕਈ ਕੋਲੇ ਮੈਂ ਦੇਖਿਆ ਮੰਤਰੀ ਭਾਵੇਂ ਪਹਿਲੀ ਵਾਰ ਬਣੇ ਨੇ ਪਰ ਉਹਨਾਂ ਕੋਲੇ ਐਕਸਪੀਰੀਅੰਸ ਬਹੁਤ ਜ਼ਿਆਦਾ ਸੀ। ਰੰਧਾਵਾ ਸਾਹਿਬ, ਤੁਹਾਡੇ ਖਿਆਲ 'ਚ ਕਿੰਨਾ ਚਿਰ ਚੱਲੂ ਜਸਟਨ ਟਰੂਡੋ ਦੀ ਸਰਕਾਰ? ਜਸਟਨ ਟਰੂਡੋ ਦੀ ਸਰਕਾਰ ਜੀ, ਇਹਨਾਂ ਦੇ ਸੁਭਾਅ ਮੁਤਾਬਕ ਤੇ ਮੈਨੂੰ ਲੱਗਦਾ ਕਿਉਂਕਿ ਨਾਲ ਲੈ ਕੇ ਚੱਲਣ ਵਾਲੇ ਹੈਗੇ ਆ, ਇਹ ਗਿਵ ਐਂਡ ਟੇਕ ਵੀ ਕਰਦੇ ਆ, ਬਾਕੀ ਐਕਸਪਰਟਿਜ਼ ਵੀ ਕਾਫੀ ਆ ਇਹਨਾਂ ਦੀ ਮਿਨਿਸਟਰੀ ਦੇ ਵਿੱਚ। ਹੋਪਫੁਲੀ ਮਿਡ ਤੋਂ ਦਾ ਕ੍ਰਾਸ ਕਰਨਗੇ ਜੀ। ਤੇ ਤੁਹਾਡੇ ਖਿਆਲ 'ਚ ਕੀ ਹੈ ਢੀਂਡਸਾ ਸਾਹਿਬ?
ਹਿਸਟੋਰੀਕਲੀ ਹੁਣ ਤੱਕ ਤਾਂ ਜੀ 2 ਸਾਲ ਤੋਂ ਬਾਅਦ ਕਦੀ ਚੱਲੀ ਨਹੀਂ। ਹਾਂ 16 ਮਹੀਨੇ ਤੋਂ ਲੈ ਕੇ 24 ਮੰਥ ਤੱਕ ਜਿਹੜੀ ਚੱਲਦੀ ਹੈ। ਐਂਡ ਆਈ ਵਿਲ ਸੇ ਜੇ ਨਾ ਇਕਨੋਮਿਕਲੀ ਪਟਾਕਾ ਪਿਆ ਹੋ ਸਕਦਾ ਇਹ 2 ਸਾਲ 3 ਸਾਲ ਕੱਢ ਜਾਏ ਜੀ। ਅਖੀਰ 'ਚ ਕੀ ਕਹਿਣਾ ਇਹ ਚਾਹੋਗੇ? ਉਦੋਂ ਤੱਕ ਨਹੀਂ ਹੋਣਾ ਜਦ ਤੱਕ ਉਹ ਮਾਹੌਲ ਨਹੀਂ ਬਣਿਆ ਕਿ ਹੁਣ ਮੈਜੋਰਟੀ ਸਰਕਾਰ ਵੱਲ ਨੂੰ ਵਧਣਾ ਹੈ, ਕਿ ਜਿਹੜੀ ਦੂਸਰੀ ਆਪੋਜੀਸ਼ਨ ਪਾਰਟੀਆਂ ਜਿਹੜੀ ਉਹਨਾਂ ਨੂੰ ਦਿਸਦਾ ਵੀ ਹੁਣ ਤੋੜਦੀ ਹੈ ਹੀਲਾ ਵਸੀਲਾ ਕਰਕੇ ਤਾਂ ਕਿ ਅਸੀਂ ਮੈਜੋਰਟੀ ਚ। ਕਿਉਂਕਿ ਅਜੇ ਤਾਂ ਅਗਲੇ ਸਾਲ ਦੇ ਸ਼ੁਰੂ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਨੇ ਫੈਸਲਾ ਕਰਨਾ ਕਿ ਉਹਨਾਂ ਦਾ ਲੀਡਰ ਉਹੀ ਰਹੇਗਾ ਜਾਂ ਕੋਈ ਹੋਰ ਆਏਗਾ, ਕਿਉਂਕਿ ਉਸ ਤੋਂ ਬਾਅਦ ਹੀ ਮੇਰਾ ਖਿਆਲ ਅਗਲੇ ਪਹਿਲਾਂ ਤਾਂ ਆਪਣਾ ਫੈਸਲਾ ਕਰਨਗੇ। ਐਨਡੀਪੀ ਕੋਲੇ ਫੰਡਿੰਗ ਦੀ ਘਾਟ ਆ, ਉਹਨਾਂ ਨੇ ਫੰਡ ਵੀ ਦੇਖਣੇ। ਰਣਾਬ ਸਾਹਿਬ ਅਖੀਰ 'ਚ ਕੀ ਕਹਿਣਾ ਚਾਹੋਗੇ ਨਵੀਂ ਕੈਬਨਿਟ ਬਾਰੇ? ਬਸ ਸਾਨੂੰ ਮੌਕਾ ਦੇਣਾ ਚਾਹੀਦਾ। ਚੰਗੇ ਸੁਹਿਰਦ ਹਿਰਦੇ ਦੇ ਨਾਲ ਟਰੂਡੋ ਨੇ ਸਾਰਿਆਂ ਨੂੰ ਬੜੇ ਵਾਈਜ਼ਲੀ ਬਣਾਇਆ ਆ। ਲੈਟਸ ਸੀ ਕਿ ਆਊਟਪੁੱਟ ਕੀ ਦਿੰਦੇ, ਰਿਜ਼ਲਟ ਕੀ ਦਿੰਦੇ, ਔਰ ਜਿਹੜਾ ਕਿ ਸਾਰੇ ਕੈਨੇਡੀਅਨਸ ਲਈ, ਨਾ ਕਿ ਪੰਜਾਬੀ ਹੋਣ, ਹਿੰਦੂ ਹੋਣ, ਦੂਸਰਾ ਹੋਣ, ਉਹਨੂੰ ਛੱਡ ਕੇ ਉੱਪਰ ਇੱਕ ਕੈਨੇਡਾ ਨੂੰ ਰਿਪਰੈਜ਼ੈਂਟ ਕਰਦੇ ਆ, ਕੈਨੇਡੀਅਨਸ ਨੂੰ ਕੀ ਉਹਦਾ ਫਾਇਦਾ ਹੋ ਸਕਦਾ, ਉਹ ਜ਼ਿਆਦਾ ਸਾਨੂੰ ਉਹਦਾ ਫੋਕਸ ਕਰਨਾ ਚਾਹੀਦਾ। ਦੇਖੋ ਜਿਹੜੇ ਪਪੂਲਰ ਸਲੋਗਨਸ ਆ, ਮੈਂ ਸਾਰੀਆਂ ਪਾਰਟੀਆਂ ਦੇਖਿਆ ਪਪੂਲਰ ਸਲੋਗਨਸ ਦੀ ਗੱਲ ਕਰ ਰਹੇ ਆ। ਜਿਹੜੇ ਰੀਅਲ ਪ੍ਰੋਬਲਮਸ ਆ, ਪ੍ਰੋਬਲਮਸ ਨੂੰ ਟੈਕਲ ਕਿੱਦਾਂ ਕਰਨਾ ਉਹਦੀ ਕੋਈ ਨਹੀਂ ਗੱਲ ਕਰ ਰਿਹਾ, ਡੈਫਿਸਿਟ ਦੀ ਕੋਈ ਨਹੀਂ ਗੱਲ ਕਰ ਰਿਹਾ, ਡੈਟ ਦੀ ਕੋਈ ਨਹੀਂ ਗੱਲ ਕਰ ਰਿਹਾ, ਲੋਕਾਂ ਸਿਰ ਕਿੰਨਾ ਕਰਜ਼ਾ ਉਹਦੀ ਕੋਈ ਨਹੀਂ ਗੱਲ ਕਰ ਰਿਹਾ। ਆ ਘਰਾਂ ਦੀਆਂ ਕੀਮਤਾਂ ਸਕਾਈ ਰਾਕਟ ਹੋਈ ਜਾ ਰਹੀਆਂ, ਤੁਹਾਡੇ ਸਾਡੇ ਬੱਚਿਆਂ ਨੇ ਘਰ ਨਹੀਂ ਲੈ ਸਕਣਾ, ਉਹਦੀ ਕੋਈ ਨਹੀਂ ਗੱਲ ਕਰ ਰਿਹਾ। ਨਾ ਕੰਜ਼ਰਵੇਟਿਵ ਪਾਰਟੀ ਕਰ ਰਹੀ ਹੈ। ਕੰਜ਼ਰਵੇਟਿਵ ਪਾਰਟੀ ਅੱਗੇ ਥੋੜ੍ਹੀ ਬੜੀ ਕਰਦੀ ਸੀ, ਹਟ ਗਈ ਉਹ ਵੀ ਕਹਿੰਦੇ ਆ ਵੀ ਕੀ ਲੋੜ ਹੈ ਪਪੂਲਰ। ਸੋ ਜਿੰਨਾ ਇੱਕ ਤਾਂ ਟਰੂਡੋ ਨੂੰ ਇਹ ਹੈਂਡਲ ਕਰਨਾ ਪੈਣਾ ਸੂਨਰ ਲੇਟਰ, ਜਿੰਨੀ ਸੂਨਰ ਕਰੂ। ਜੇ ਡੈਫਿਸਿਟ ਸਕਾਈ ਰਾਕਟ ਦੀ ਤਰ੍ਹਾਂ ਵੱਧ ਗਿਆ, ਕਿੱਦਾਂ ਉਹਨੂੰ ਹੈਂਡਲ ਕਰਨਗੇ, ਕਿੱਦਾਂ ਥੱਲੇ ਲਿਆਉਣਗੇ? ਥੈਂਕ ਯੂ ਢੀਂਡਸਾ ਸਾਹਿਬ, ਗੱਲਾਂ ਬਹੁਤ ਨੇ ਜੇ ਪਰ ਸਮਾਂ ਜਾਸਤੀ ਦੇ ਰਿਹਾ। ਰੰਧਾਵਾ ਸਾਹਿਬ ਸਮਾਂ ਕੱਢ ਕੇ ਆਏ ਤੁਸੀਂ, ਢੀਂਡਸਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਇਹ ਸੀ ਸਾਡੀ ਅੱਜ ਦੀ ਗੱਲਬਾਤ। ਕੈਨੇਡਾ ਦੇ ਨਵੇਂ ਜਿਹੜੇ ਪ੍ਰਾਈਮ ਮਿਨਿਸਟਰ ਦੂਜੀ ਵਾਰ ਬਣੇ ਨੇ ਜਸਟਿਨ ਟਰੂਡੋ, ਘੱਟ ਗਿਣਤੀ ਸਰਕਾਰ ਦੇ, ਉਹਨਾਂ ਦੀ ਕੈਬਨਿਟ ਬਾਰੇ ਗੱਲਬਾਤ ਕੀਤੀ। ਆਸ ਹੈ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਅਸੀਂ ਵੀ ਆਪਣੇ PTC ਚੈਨਲ ਵੱਲੋਂ ਨਵੇਂ ਮੰਤਰੀ ਮੰਡਲ ਨੂੰ, ਖਾਸ ਕਰਕੇ ਸਾਡੇ ਕਮਿਊਨਿਟੀ ਦੇ ਜਿਹੜੇ ਮੰਤਰੀ ਮੰਡਲ ਵਿੱਚ ਸ਼ਾਮਲ ਹੋਏ ਨੇ, ਉਹਨਾਂ ਨੂੰ ਆਪਣੇ ਵੱਲੋਂ ਲੱਖ ਲੱਖ ਵਧਾਈ ਦਿੰਦੇ ਹਾਂ। ਆਸ ਕਰਦੇ ਹਾਂ ਕਿ ਤੁਸੀਂ ਜਿਨ੍ਹਾਂ ਲੋਕਾਂ ਨੇ ਵੋਟਾਂ ਪਾ ਕੇ ਤੁਹਾਨੂੰ ਪਾਰਲੀਮੈਂਟ ਦੇ ਵਿੱਚ ਪਹੁੰਚਾਇਆ, ਉਹਨਾਂ ਦੀਆਂ ਆਸ਼ਾਵਾਂ 'ਤੇ ਪੂਰਾ ਉਤਰੋ, ਤਾਂ ਕਿ ਲੋਕ ਅਗਲੀ ਵਾਰੀ ਜਦੋਂ ਵੀ ਤੁਸੀਂ ਵੋਟਾਂ ਮੰਗਣ ਜਾਓ ਤੁਹਾਨੂੰ ਵੀ ਨਮੋਸ਼ੀ ਦਾ ਸਾਹਮਣਾ ਨਾ ਕਰਨਾ ਪਵੇ, ਲੋਕ ਵੀ ਤੁਹਾਨੂੰ ਖੁਸ਼ੀ ਵੋਟਾਂ ਪਾਉਣ। ਇਸ ਕਰਕੇ ਲੋਕਾਂ ਦੀਆਂ ਆਸ਼ਾਵਾਂ 'ਤੇ ਪੂਰਾ ਉਤਰ ਕੇ ਹੀ ਤੁਸੀਂ ਲੋਕਾਂ ਦੇ ਮਨ ਜਿੱਤ ਸਕਦੇ ਹੋ। ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ। ਅਗਲੇ ਪ੍ਰੋਗਰਾਮ ਦੇ ਵਿੱਚ ਅਸੀਂ ਨਵੇਂ ਮਹਿਮਾਨਾਂ ਦੇ ਨਾਲ ਕੋਈ ਨਵਾਂ ਵਿਸ਼ਾ ਲੈ ਕੇ ਫਿਰ ਹਾਜ਼ਰ ਹੋਵਾਂਗੇ। ਪ੍ਰੋਗਰਾਮ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।